जी ਇਹ ਬਤਾਉ ਚੌਲ ਭਾਗੇ ਜਿਹੜੇ ਤੁਸੀਂ ਆਂਦੇ ਹੁੰਦੇ बताऊं लब हम ਮੈਨੂੰ ਲੱਭ ਕੇ ਵਹਾ ਕਿੱਥੇ ਬਤਾਉ ਮੈਨੂੰ ਨਹੀਂ ਤੁਸੀਂ ਜੋ ਰਾਜ਼ੀ ਹੋ ਗਏ ਬਤਾਉ ਇੰਜ ਘੋਲ ਕੇ ਉਹਨੇ ਏਡੇ ਸੋਹਣੇ ਪਕਾਏ ਨੇ ਪਤਾ ਨੀ ਆ ਕਿਹੜੀ ਵੇਖੇ ਨਾ ਡਿਸ਼ ਹੈ। ਆ ਵੇਖਾ ਨਹੀਂ ਮੇਰੀ ਗਤੀ ਉਹਦਾ ਸੋਏ ਦੇ ਵਿੱਚ ਕੋਈ ਬਤਾਉ ਦੀ ਨਿਸ਼ਾਨੀ ਹੈ ਜੇ ਉਂਝ ਹੀ ਇਸ ਮੁੰਡੇ ਨੇ ਨਾ ਮੈਨੂੰ ਬਤਾਉ ਇਹਦੀ ਵੀ ਬਦਨਾਮ ਤੁਹਾਡੀ ਕਰ ਸਲਾਹ ਦੀ ਸਮਝ ਤੂੰ ਆਉਂਦੀ। ਮੇਰਾ ਪੁੱਤਰ ਅੱਜ ਸਹੁਰੇ ਲਗਾ ਜਾ ਇਹ ਇੱਧਰ ਕੇਲਾ ਹੈ ਇੱਧਰ ਨਾ ਹੋਵੇ ਆੜੂ ਹੈ ਇੱਧਰ ਗੰਡੇ ਨੇ ਮੇਰਾ ਉਹ ਪੁੱਤਰ ਹੈ, ਤੂੰ ਕੋਈ ਨਾ ਤੇ ਕੁਰਬਾਨ ਕੰਮ ਦੀ ਕਰ ਸਮਝ ਜਾ ਵਾਂਡੇ ਹੋਇਆ ਸਹੁਰੇ ਖਾਇਆ ਉੱਥੇ ਜਿਹੜੇ ਟਿੱਕੇ ਬੋਟੀਆਂ ਪੱਕੀਆਂ ਨਹੀਂ ਨਾ ਤੇ ਸਾਡੇ ਆਲੂ ਤੇ ਬਤਾਉ ਰਹਿੰਦੇ ਸੀ ਖਾ ਲੈਨੇ ਆ 100 ਬਿਸਮਿਲ੍ਲਾ ਕਰਕੇ ਅੱਲਾ ਦਾ ਸ਼ੁਕਰ ਅੱਲਾ ਮਾਂ ਜੀ ਹੁਣ ਤੁਸੀਂ ਬਣਾਏ ਨੇ ਤੇ ਹੁਣ ਮੈਂ ਖਾ ਹੀ ਨਹੀਂ ਲੈਣਾ ਨਹੀਂ ਤੂੰ ਸਾਡੇ ਸਿਰੇ ਏਡਾ ਸਾਨ ਨਾ ਚੜ ਜਾ ਹੋਇਆ ਅੱਬੂ ਜੀ ਵੇਖ ਲਵੋ ਇਹ ਬਤਾਉ ਨੇ ਜੇ ਸਾਡੀ ਜਾਨ ਛੱਡਦੀ ਕਿਤੇ ਸਾਊਥ ਅਫਰੀਕਾ ਜਾਣਗੇ ਨਾ ਬਤਾਉ ਕਿਤੇ ਅੱਲਾ ਨੂੰ ਲੈ ਖੈਰ ਜਾਓ ਕਰੇਗਾ ਜੇ ਬਤਾਉ ਗਏ ਨਾ ਤੇ ਫਿਰ ਮੈਂ ਵੀ ਇੱਥੇ ਹੀ ਰਵਾਂ ਉੱਥੋਂ ਵੀ ਲੱਭ ਜਾਂਦੇ ਨੇ ਬਤਾਉ ਉੱਥੇ ਵੀ ਆਏ ਨੇ ਉਂਝ ਬਤਾਉ ਬਣੇ ਉਹਨਾਂ ਦੇ ਬੜੇ ਸਵਾਦ ਦੇ ਬਣਦੇ ਨੇ ਏਡੀ ਗੱਲ ਨੇ ਜਿੱਡਿਆ ਕੁ ਤੇ ਤੂੰ ਆ ਮੈਂ ਨਾ ਪਹਿਲੀ ਵਾਰੀ ਖਾਣ ਲੱਗਾ ਤੁਹਾਡੇ ਬਤਾਉ ਖਾ ਚੌਲ ਖਾ ਮੇਰਾ ਪੁੱਤਰ ਅੱਲਾ ਕਰੇ ਤੈਨੂੰ ਬਤਾਵਾਂ ਦਾ ਐਸਾ ਸਵਾਦ ਆਵੇ ਤੂੰ ਅੱਗੋਂ ਤੋਂ ਕੱਲ ਆ ਕੇ ਫੇਰ ਪਕਾਓ ਬਤਾਓ ਆਪੀ ਬੀਜੇ ਆਪੀ ਬੀਜੇ ਵੇਮਨ ਦਮਦ ਹਾਂਜੀ ਮਾਂ ਜੀ ਆ ਵੇਖ ਆ ਘਰ ਵਾਲੀਆਂ ਦਾ ਹਿਸਾਬ ਲਾ ਲੈ ਜੋ ਮਦਾਰੀ ਆ ਮੈਨੂੰ ਦੇ ਗਈ ਆ ਬੋਲਾ ਜੀ ਤੇ ਅੰਮਾ ਜਾਣੀ ਤੇ ਸਹੀ ਕਰਦੇ ਮੈਂ ਕਿਹਾ ਇਹ ਪੰਡ ਬੰਨ ਤੇ ਮੈਂ ਸਿਰ ਤੇ ਧਰ ਕੇ ਲੈ ਜਾਣੀ ਆ ਸਾਊਥ ਅਫਰੀਕਾ ਸਾਊਥ ਅਫਰੀਕਾ ਲੈ ਜਾਣੀ ਆ ਤੇ ਉੱਥੇ ਖੁਰਕ ਵਟਿਆ ਜਾਏਗਾ ਇਹਨਾਂ ਦਾ ਕੁਝ ਨਹੀਂ ਤੇ ਮੈਂ ਪਰੋ ਕੇ ਦਿਓ ਗੱਲ ਚ ਪਾ ਲੈਣੀ ਅਸਲ ਚ ਨਾ ਤੁਸੀਂ ਨਾ ਤੇ ਇਹ ਆਪਣੇ ਬੰਦਿਆਂ ਨੂੰ ਆਖੋ ਕਿ ਉਹ ਸਹੀ ਕਰਾ ਕੇ ਦੇਣ ਕਿ ਮੈਂ ਜੋ ਹੈ ਇਕੱਠਾ ਕਰਕੇ ਮੇਰੇ ਸਰਾਣੇ ਧਰ ਗਿਆ ਮਾਂ ਜੀ ਉੱਠੇ ਹੋ ਨਾ ਤੇ ਆ ਜਿਵੇਂ ਮਰਜ਼ੀ ਸਹੀ ਕਰਾ ਕੇ ਲਿਆ ਕੇ ਦਿਓ ਨਹੀਂ ਤੁਸੀਂ ਹੋ ਜਾਣਾ ਤੁਹਾਡੇ ਅੱਖ ਛੇਤੀ ਉਹ ਮੈਂ ਇਹ ਸੱਚ ਵੇ ਨਾ ਨਾ। ਨਾਲ ਹੀ ਜਾਵਾਂ ਨਾ ਮੈਂ ਉਹ ਨਹੀਂ ਇਹ ਕਰਾ ਵੇ ਕੇ ਕਿ ਦਿੰਦਾ ਤੈਨੂੰ ਆਂਦੀ ਅੰਮਾ ਜੀ ਉਹ ਗੱਲ ਹੀ ਨਹੀਂ ਸੁਣਦੇ ਇੱਧਰ ਉਹਨਾਂ ਦੇ ਮੁੱਕਦੇ ਨਹੀਂ ਤੇ ਹੁਣ ਮੈਂ ਫੋਨ ਕਰਾਂ ਬਾਜ਼ਾਰ ਮੁੰਡੇ ਨੂੰ ਤੇ ਪੁੱਤਰ ਆ ਲੈ ਜਾ ਤੇ ਸਹੀ ਕਰ ਦੇ ਤੇ ਵੇਖ ਲੈ ਹਰ ਸ਼ੈ ਉਹਨੇ ਕਲੀਅਰ ਕਰਾ ਰਹੀ ਹੈ 6 ਮਹੀਨੇ ਜੋਗੀ ਰੈਡੀ ਪੈਡੀ ਬੀਬੀ ਹੋ ਜੇ ਕਿ ਅੱਗੋਂ ਫਿਰ ਉਹਨੇ 6 ਜਦੋਂ ਅੰਮਾ ਮਹੀਨੇ ਫੇਰ ਆ ਜੇ ਦੀ ਐ ਜੇ ਵਡੇਰਿਆਂ ਦਾ ਨੂੰਹਾਂ ਨੂੰ ਸੋਗ ਤੇ ਮੇਰਾ ਪੁੱਤਰ ਦੇਣਾ ਵੀ ਚਾਹੀਦਾ ਔਰ ਜੇ ਉਹਨਾਂ ਨੂੰ ਫਖਰ ਹੈ ਨਾ ਸਾਡੇ ਤੇ ਮਾਂ ਨੇ ਤੇ ਤਾਂ ਹੀ ਸਰਾਣੇ ਧਰ ਕੇ ਗਈ ਹੈ ਨਾ ਤੇ ਜੇ ਉਹਨੂੰ ਪਤਾ ਹੁੰਦਾ ਕਿ ਸਮਾਈ ਨੇ ਨਹੀਂ ਬਣਵਾ ਕੇ ਦੇਣੇ ਤੇ ਫੜ ਕੇ ਤੇ ਵਿਚਾਰੀ ਨੇ ਡਰਦੀ ਨਹੀਂ ਉੱਥੇ ਤਾਂ ਇਸ ਵਾਸਤੇ ਸਾਡਾ ਫਰਜ਼ ਹੈ ਇਹਨਾਂ ਨੂੰਹਾਂ ਧੀਆਂ ਜਿਹੜੀਆਂ ਆਪਣੇ ਅੰਦਰ ਬਹਿ ਕੇ ਚਾਰ ਦੁਆਰੀ 'ਚ ਆਪਣੇ ਮਾਪਿਓ ਦੇ ਨਾਲ ਇੰਜ ਦਾ ਆਂਦੀਆਂ ਤੇ ਉਹਨਾਂ ਦਾ ਕਰਨਾ ਵੀ ਸਾਡਾ ਫਰਜ਼ ਹੈ ਜੀ ਹਾਂਜੀ ਹਾਜੀ ਸਾਹਿਬ ਵੇਖ ਲੋ ਤੁਹਾਡੀ ਖਿਦਮਤ ਕਰਨਾ ਕਰਦੇ ਨੇ ਫੂਡ ਕੱਟਦੇ ਨੇ ਬੱਲੇ ਬੱਲੇ ਇੱਕ ਆਂਦੇ ਨੇ ਨਾ ਇਹ ਹੀ ਫਾਇਦਾ ਰਹਿਣੀ ਜੇ ਉਹ ਢਿੱਡ 'ਚ ਪਾ ਲੈਣਾ ਤੇ ਨਮਾਜ਼ ਸਬਕ ਪੜ ਲੈਣਾ ਲਾਹ ਦਾ ਬੁੱਢੇ ਬਾਰੇ ਇਹ ਹੀ ਫਾਇਦਾ ਹੋਰ ਸਾਨੂੰ ਹੁਣ ਫਾਇਦਾ ਸੀ ਹੁਣ ਤੁਹਾਡੇ ਭਾਂਡੇ ਮਾਂਜ ਗਏ ਤੇ ਇਹ ਜਾ ਕੇ ਤੁਹਾਡੇ ਨੱਕੇ ਲਾਣ ਨਹੀਂ ਫੇਰ ਸਾਡੇ ਖਾਨ ਦਾ ਕਾਦਾ ਸਾੜਾ ਆਪਣਾ ਅਜੇ ਕਮਾਉਂਦੇ ਨੇ ਪਏ ਉਹਨਾਂ ਦੀ ਅਜੇ ਵੀ 2000 ਦਿਹਾੜੀ ਲੱਗਦੀ ਹੈ ਟਰਾਈ ਆਹੋ ਪੈਨਸ਼ਨ ਆ ਰਹੀ ਬਿਲਕੁਲ ਤੇ ਫਿਰ ਟੈਨਸ਼ਨ ਤੁਹਾਨੂੰ ਲੈਣ ਦੀ ਲੋੜ ਕਾਹੇ ਭਾਵੇਂ ਅੰਬ ਖਾਈਏ ਭਾਵੇਂ ਕੇਲੇ ਖਾਈਏ ਭਾਵੇਂ ਸ਼ੂਗਰ ਹੋਵੇ ਭਾਵੇਂ ਨਾ ਹੋਵੇ ਤੁਹਾਨੂੰ ਕਾਦਾ ਕੁਛ ਸਾਡੀ ਸ਼ੂਗਰ ਸਿਰ ਤੋਂ ਦੀ ਲੰਘ ਅੱਬੂ ਨੂੰ ਦਿਲ ਲੱਗੀ ਇਹ ਗੱਲ ਆ ਕਿ ਜੋ ਮਰਜ਼ੀ ਖਾਈਏ ਸਾਡੀ ਸ਼ੂਗਰ ਭਾਵੇਂ ਉੱਤੋਂ ਦੀ ਲੰਘ ਜੇ ਤੁਹਾਨੂੰ ਕੋਈ ਲਾਮਾ ਆਇਆ ਤੇ ਦੱਸਿਓ ਜੀ ਨਹੀਂ ਸਾਨੂੰ ਕੋਈ ਲਾਮਾ ਨਹੀਂ ਆਇਆ ਨਹੀਂ ਜਦੋਂ ਡਾਕਟਰ ਦੀ ਦੁਕਾਨ ਤੇ ਜਾਈਏ ਨਾ ਇਹ ਅੱਲਾ ਕੀਤਾ ਹੁਣੇ ਖਾ ਲਾਂਗੇ ਨਾ ਤੇ ਸ਼ੂਗਰ ਦਾ ਫਿਰ ਸੋਚਾਂ ਦੇ ਕੀ ਬਣਦੀ ਹੈ ਕੀ ਆਂਦੀ ਹੈ ਸਾਨੂੰ ਅੱਛਾ ਅਜੇ ਕੋਈ ਨਹੀਂ ਸਾਨੂੰ ਨਹੀਂ ਪਤਾ ਅਜੇ ਐਸਾ ਕੋਈ ਸੋਚਣਾ ਨਹੀਂ ਅਜੇ ਬਸ ਅਜੇ ਸਾਨੂੰ ਕੱਟਣ ਇਹ ਦੋ ਵਿੱਚ ਜੋ ਵਿੱਚ ਦੋ ਤਰ੍ਹਾਂ ਸਾਨੂੰ ਹੈ ਇਹ ਤੁਹਾਡੇ ਜੋ ਗਈ ਨੇ ਕਿ ਖਾਓ ਅੱਬੂ ਆਂਦੇ ਨੇ ਤੁਹਾਡੇ ਜੋ ਗਈ ਨੇ ਤੇ ਆ ਜਿਹੜਾ ਮਾਲ ਦੂਜਾ ਬਰੀਕ ਬਰੀਕ ਹੈ ਇਹ ਬਰੀਕ ਜਿਹੜਾ ਨਾ ਉਹ ਕੱਲ ਬੰਦੇ ਕੋਲ ਲਿਆਣ ਤੇ ਉਹਨੇ ਸਹੀ ਨਹੀਂ ਦਿੱਤੀ ਪੇਟੀ ਤੇ ਉਹ ਬਰੀਕ ਉਹ ਬਰੀਕ ਉਹਨਾਂ ਸਰਵੇਟ ਸਟਣੀ ਤੇ ਤੇ ਆਲੂ ਭਾਰਾ ਤੂੰ ਲਿਆ ਤੇ ਆੜੂ ਪਿਓ ਨੇ ਲਏ ਨੇ ਤੇ ਤੂੰ ਕਿਹੜੇ ਸਵਾਦ ਦੇ ਲੈ ਤੂੰ ਵੀ ਪੀਚੀਆਂ ਹੀ ਲਈਆਂ ਨੇ ਜਿਹੜੀਆਂ ਨਾਲੋਂ ਡਿੱਗੀਆਂ ਸਨ ਥੱਲੇ ਮੈਂ ਵੀ ਪੇਟੀ ਵੀ ਲਈ ਹੈ ਤੇ ਫਿਰ ਵਿੱਚੋਂ ਬਸ ਪੇਟੀ ਨਹੀਂ ਖਰੀਦਿਓ ਜੇ ਤੇ ਵਿੱਚੋਂ ਭਾਵੇਂ ਮੇਂਗਣਾ ਨਿਕਲੋ ਚੋਕੋ ਨੇ ਸੰਦੂਕ ਜਿਹੜਾ ਨਾ ਇਹ ਨਹੀਂ ਮੈਂ ਜਾਣ ਦੇਣਾ ਸਾਊਥ ਅਫਰੀਕਾ ਲੱਤਾਂ ਪਰਾਂ ਕਰੋ ਤਾਂ ਯਾਸਰ ਨੇ ਚੁੱਕਿਆ ਹੈ ਇਹ ਤੇ ਮੈਂ ਗੱਲ ਕਰਨ ਲੱਗਾ ਤੇ ਕੀ ਹੁਣ ਉਹਦਾ ਪਰਾਂ ਕਰ ਲੱਤਾਂ ਪਰਾਂ ਕਰ ਮਾਂ ਜੀ ਇਹਦਾ ਕੀ ਉਹ ਇਹ ਮੇਰੇ ਸਿਰ ਤੇ ਧਰ ਮੈਂ ਉਹਦੇ ਜੋਗਾ ਲੈ ਜਾ ਤੂੰ ਖਿੱਚੀ ਮੈਂ ਲੈਣਾ ਉਥੋਂ ਚੰਦੂ ਖਿੱਚੇ ਮੇਰੇ ਸਿਰ ਤੇ ਧਰੋ ਮੈਂ ਲੈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਮਾਂ ਜੀ ਛੱਡੋ ਪਰ ਇਹਨੂੰ ਮੈਂ ਕਰ ਲੈਣਾ ਇਹ ਤੂੰ ਹੀ ਰੱਖ ਲੇਗਾ ਇਹ ਯਾਸਰ ਆਂਦਾ ਕਿ ਮੇਰੇ ਜੋਗਾ ਬਰੀਫ ਕੇਸ ਲੈ ਕੇ ਆਓ ਚਾਂਦ ਵੱਖਰਾ ਆਂਦਾ ਹੈ ਵਿਕਾਸ ਨੇ ਵਿਚਾਰਾ ਆਂਦਾ ਵਿਕਾਸ ਨਹੀਂ ਆਂਦਾ ਉਧਰ ਚਾਂਦ ਆਂਦਾ ਉਧਰ ਯਾਸਰ ਆਂਦਾ ਉਧਰ ਤੂੰ ਆਂਦਾ ਨਹੀਂ ਮੈਂ ਕੀ ਤੂੰ ਤੇ ਲੱਤਾਂ ਧਰ ਕੇ ਬਹਿ ਜਾ ਮੈਂ ਜਾਣੇ ਨਹੀਂ ਦੇਣਾ ਇਹਦਾ ਬਸ ਗੱਲ ਮੁੱਕੀ ਫਿਰ ਮੈਂ ਕੀ ਕਰਨਾ ਚੱਲ ਮੇਰਾ ਪੁੱਤਰ ਅੱਛਾ ਮਾਂ ਜੀ ਮੇਰੀ ਮਾਂ ਵੀ ਕਿਸੇ ਦੇ ਸਿਆਵੇ ਦੀ ਤੇ ਨਾ ਮਾਂ ਸਾਡੀ ਮੇਰੇ ਨਹੀਂ ਮਾਂ ਵੀ ਆਖਰ ਸੰਦੂਕ ਮਾਂ ਦੇ ਮਿੱਠੇ ਨੇ ਤੇ ਮਾਂ ਨਿਰੀ ਵਿਕਾਸੂ ਜੋਗੀ ਹੈ
ਨਹੀਂ ਮੇਰੇ ਜੋਗੀ ਵੀ ਹੈ, ਤੇ ਮਾਂ ਹੈ ਫਿਰ ਮੇਰੇ ਨਾਲ। ਨਹੀਂ ਯਾਸਰ ਨੂੰ ਵੀ ਨਹੀਂ ਮਾਂ ਚੰਗੀ ਲੱਗਣੀ, ਚੰਦੂ ਨੂੰ ਵੀ ਨਹੀਂ ਲੱਗਣੀ, ਜਿਸ ਮਾਂ ਨਾਲ ਲੈ ਕੇ ਤੇ ਜੇ ਸਮਾਨ ਨਾਲ ਲੈ ਕੇ ਗਈ ਤੇ ਜੇ ਤੇਰੇ ਕੋ ਖੋ ਕੇ ਲੈ ਗਈ ਤੇ ਤੈਨੂੰ ਵੀ ਨਾ ਚੰਗੀ ਲੱਗੀ ਤੇ ਫਿਰ ਲੱਗੀ ਕਿਹਨੂੰ ਚੰਗੀ ਮਾਂ? ਮਾਂ ਪੁੱਤਰ ਹਮੇਸ਼ਾ ਮਾਂ ਪਿਓ ਦਿੰਦਾ ਹੀ ਰਵੇ ਤੇ ਤਾਂ ਲਾਲ ਨੂੰ ਚੰਗਾ ਲੱਗਦਾ, ਤੇ ਜੇ ਮਾਂ ਪਿਓ ਦੇਵੇ ਨਾ ਤੇ ਮਾਂ ਪਿਓ ਕੋਈ ਨਾ। ਵੇਲਾ ਕੋਈ ਬੰਦਾ ਵੀ ਨਹੀਂ ਚੰਗਾ ਲੱਗਦਾ। ਨਹੀਂ ਕੋਈ ਲੋੜ ਹੀ ਨਹੀਂ ਸਾਡੀ ਤੇ ਭਾਈ ਹੁਣ ਮੇਰਾ ਸੰਦੂਕ ਦਾਜ ਦਾ ਇਹਦਾ ਤੂੰ ਮਾਮਾ ਲੱਗਣਾ। ਆਹੋ ਇਹਦਾ ਤੂੰ ਮਾਮਾ ਲੱਗਣਾ, ਪਰ ਕਰ ਪੈਰ ਮੇਰੇ ਸੰਦੂਕ ਧਰ ਮੇਰੇ ਸਿਰ ਤੇ ਮੈਂ ਜਾਵਾਂ ਟਾਈਮ ਨਾਲ। ਮੈਂ ਜਾਣਾ ਕਿਜ ਦੇ ਨਹੀਂ ਧਾਰੇ ਜਾ ਵੇ ਇਹਨੂੰ ਕਰਨੀ ਆ ਤੇ ਚੁਕਾ। ਨਹੀਂ ਮੇਰਾ ਪੁੱਤ ਚੁਕਾ, ਮੈਂ 에어ਪੋਰਟ ਦੇ ਉੱਤੇ ਨਹੀਂ ਮੈਂ ਜਿਹੜੀ ਚਟਨੀ ਹੁੰਦੀ ਹੈ ਇਹ ਤੇ ਪਹਿਲਾਂ ਦੋਰੀ ਡੰਡੇ 'ਚ ਕੁੱਟੀ ਜਾਂਦੀ ਹੈ। ਬਿਲਕੁਲ। ਤੇ ਤੁਸੀਂ ਇਹ ਚਟੋਟੇ 'ਚ ਕੁੱਟਣ ਦੇ ਇਹ ਲੱਕੜੀ ਬਿਲਕੁਲ ਦਾ ਤੇਰੀ ਗੱਲ ਬੜੀ ਸੋਹਣੀ ਤੂੰ ਕੀਤੀ ਹੈ ਮੇਰੇ ਨਾਲ। ਕੀ ਤੇ ਤੂੰ ਦਿਲ ਤੇ ਨਹੀਂ ਲੱਗ ਗਈ ਗੱਲ ਮੇਰੀ? ਨਹੀਂ ਲੱਗੀ ਹੈ, ਜ਼ਖਮੀ ਹੋਇਆ ਹੈ ਦਿਲ ਥੋੜਾ ਜਿਹਾ। ਅੱਛਾ ਇਹੋ ਹੀ ਤੂੰ ਪੁੱਛ ਘਰ ਵਾਲਿਆਂ ਕੋਲੋਂ ਕਿ ਦੌਰੀ 'ਚ ਕਿਉਂ ਨੇ ਜੇ ਕੁੱਟਦੇ? ਆਂਦੀਆਂ ਨੇ ਦੌਰੀ ਜਿਹੜੀ ਹੈ ਪੱਥਰ ਘੋਲਦਾ ਹੈ। ਤੁਸੀਂ ਜਦੋਂ ਕੋਟਦੇ ਹੋ ਤੇ ਪੱਥਰ ਕੱਸਦਾ ਤੇ ਢਿੱਡ 'ਚ ਪੱਥਰੀਆਂ ਹੋ ਜਾਂਦੀਆਂ ਨੇ, ਉਹਦੇ ਨਾਲ ਪੱਥਰੀਆਂ ਹੋ ਜਾਂਦੀਆਂ ਨੇ ਤੇ ਲੂਣ ਮਿਰਚਾਂ ਦੌਰੀ 'ਚ ਘੋਟਦੀਆਂ ਸਨ ਤੇ ਹੁਣ ਕਦੇ ਦੀ ਕੜਪ ਪੇ ਕਰਨੀ ਆ। ਤੇ ਜੇ ਦੌਰੀ ਹੁੰਦੀ ਤੇ ਉਹਨੇ 2 ਰਗੜੇ ਲਾਣੇ ਸਨ ਤੇ ਖੈਰੀ ਮੇਰੀ ਹੋ ਜਾਣਾ ਸੀ। ਤੇ ਉਹ ਆਂਦੀਆਂ ਨੇ ਦੌਰੀ ਜਿਹੜੀ ਉਹਦੇ 'ਚ ਪੱਥਰ ਖੁਰਦਾ ਤੇ ਮੈਂ ਕਿਹਾ ਚਲ ਚੱਟੂ ਵਟੇ 'ਚ ਟਾਲੀ ਤੁਹਾਡੇ ਢਿੱਡ 'ਚ ਉੱਗ ਪਵੇਗੀ ਜਾਂ ਫਿੱਕਰ ਉੱਗ ਪਵੇਗਾ, ਮੇਰਾ ਕੀ ਜਾਣਾ। ਇਹ ਨਹੀਂ ਖੁਰਦਾ ਪਿਆ, ਇਹ ਨਹੀਂ ਪੁਰਦਾ ਪੈਣਾ। ਇਹ ਜਦੋਂ ਲਿਆ ਸੀ ਉਦੋਂ ਐਡਾ ਡੂੰਗਾ ਹੋ ਗਿਆ। ਜਿੰਨੀ ਨਾ ਅਸੀਂ ਹਥਿਆਰਾਂ ਕਰਨਾ ਨਾ ਉਨੀਆਂ ਜ਼ਿਆਦੀਆਂ ਬਿਮਾਰੀਆਂ ਟਾਲੀਆਂ ਤੇ ਦਰਖਤ ਪਏ ਉੱਗਦੇ ਉਨੀ ਨੇ, ਬਿਮਾਰੀਆਂ ਆ ਤੇ ਗਈਆਂ। ਉਹ ਦੌਰੀ ਹੁੰਦੀ ਮੈਂ ਕਦੇ ਦੀਆਂ ਲੂਣ ਮਿਰਚਾਂ ਕੋਟ ਘਾਟ ਕੇ ਤਾਰੇ ਮੈਂ ਕਦੇ ਦੀ ਕੜਪ ਬੇਕਾਰਨੀ ਨਹੀਂ ਬੇਕਾਮ ਹੋ ਨਾ। ਤੇ ਉਹ ਆਂਦੀਆਂ ਨੇ ਨਹੀਂ ਅੰਮੀ ਜੀ ਉਹਦੇ ਵਿੱਚ ਮੈਂ ਫਿਰ ਤੁਹਾਡੇ ਦਿਲ ਦੀ ਗੱਲ ਪੁੱਛ ਲਈ। ਨਹੀਂ ਤੂੰ ਕੋਈ ਚੰਗਾ ਕਿਤੇ ਪੁੱਛੇ, ਮੈਂ ਵੀ ਇਹ ਵਿੱਚੇ ਲੈ ਕੇ ਤੁਰ ਜਾਣਾ ਸੀ। ਹਵਾੜ ਨਿਕਲ ਗਈ ਹੈ ਮੇਰੀ। ਠੀਕ ਹੈ। ਆਹੋ ਮੇਰੀ ਵਾੜ ਨਿਕਲ ਗਈ। ਉਹ ਆਂਦੀਆਂ ਨੇ ਨਾ ਉਹ ਪਤਾ ਜੇ ਨਾ ਯਾਸਰ ਹੁਣ ਨੇ ਕੀ ਫਿਰ ਟੱਪਾ ਲਿਆ। ਕੀ ਪਾ ਲਿਆ ਸੀ? ਉਹਨੇ ਆਖਿਆ ਕਿ ਮੇਰਾ ਪੂਰਾ ਬੈਗ ਭਰ ਕੇ ਲਿਆਉਣਾ ਜੇ 3 ਕਿਲੋ ਦਾ। ਕਿੱਥੋਂ ਮੈਂ ਇੱਥੇ ਕਿਨੂੰ ਨਹਿਰੋਂ ਪਾਣੀ ਦਾ ਭਰ ਕੇ ਨਹੀਂ ਉਹਨੇ ਆਖਿਆ ਕਿ ਮੇਰੀ ਸੱਸ ਨੇ ਬੈਗ ਘੱਲਣ ਲੱਗੀ ਤੇ ਪੂਰਾ ਭਰ ਕੇ ਲੈ ਕੇ ਉਹਨਾਂ ਦੀ ਤੁਹਾਡੇ ਕੋਲ ਇੰਨੀ ਜਗ੍ਹਾ ਹੈ। ਨਹੀਂ ਮੇਰੀ ਗੱਲ ਸੁਣ, ਸੱਸ ਬੈਗ ਘੱਲਣ ਲੱਗੀ ਏ ਤੇ ਚੁੱਕ ਕੇ ਮੈਂ ਲਿਆ ਤੇ ਸੱਸ ਨੂੰ ਹੀ ਆਖਿਆ ਲੈ ਜਾਵੇ, ਨਾਲੇ ਸੱਸ ਦੀ ਚਾਰ ਦੇ ਖਿਦਮਤ ਕਰੇ। ਇਹ ਗੱਲ ਠੀਕ ਤੇ ਨਾਲੇ ਸੱਸ ਬੈਗ ਖੜੇ ਤੇ ਪਤਾ ਲੱਗੇ ਸੋ ਮਾਂ ਜਿਵੇਂ ਲੋਕਾਂ ਦੇ ਨੇ ਰਵਾਏ ਦਾ ਨਾਂ ਨਹੀਂ ਤੇ ਖੜਾਏ ਦਾ ਨਾਂ ਨਹੀਂ ਤੇ ਰਵਾਏ ਦਾ ਨਾਂ। ਬੈਗ ਚੁੱਕਦੀ ਮੈਂ ਮਰ ਜਾ ਤੇ ਸੱਸ ਮੇਰੀ ਨੇ ਜਾਂਦਿਆਂ ਸਾਰ ਨੂੰ ਨੇ ਵੀ ਆਖਣਾ ਛੱਚ ਮੇਰੀ ਅੰਮੀ ਜੀ ਨੇ ਘੱਲਿਆ ਤੇ ਜਵਾਈ ਵੀ ਪੁਲਿਆ ਮੇਰੀ ਸੱਸ ਨੇ ਘੱਲਿਆ। ਤੁਹਾਡਾ ਨਾਂ ਹੀ ਨਹੀਂ ਹੋਣਾ। ਨੇ ਮੇਰੇ ਕੋਲ ਨੇ ਏਡੇ ਵਕਤ ਕਿਤੇ ਉਹਨੂੰ ਮੇਰੇ ਨਾਲ ਗੱਲ ਕਰਾਣਾ, ਮੈਂ ਉਹਨੂੰ ਤਾਂ ਪੁੱਛਿਆ ਤੂੰ ਅਗਲੇ ਦਿਨ ਵੀ ਸਿਆਪਾ ਬੈਗ ਦਾ ਉਹ ਮੈਨੂੰ ਪਿਆਂਦਾ ਕਿ ਆਉਣ ਡਿਆ ਬੈਗ ਉਹ ਮਾਂ ਜੀ ਨੂੰ ਦੇਣਾ। ਤੂੰ ਮੇਰੀ ਗੱਲ ਕਰਾ, ਮੈਂ ਉਹਦੀਆਂ ਤੇ ਨਾਸਾਂ ਪੰਨਾ ਮੈਂ ਇਹਨੂੰ ਨਾ ਪੁੱਛਣਾ ਤੇ ਰੰਡੀ ਚਾਹ ਦਿੱਤੀ ਹੈ ਨਾ ਕੋ ਖਤਾਈ ਵੀ ਦੇ ਹੈ ਆਪ ਕੋ ਖਤਾਈ ਵੀ ਦੇ ਕਿ ਮੈਂ ਉਹਨੇ ਰੰਡੀ ਚਾਹ ਪੀ ਕੇ ਘਰ ਤੋਂ ਜਾਵਾਂ। ਮੈਂ ਉਹਨਾਂ ਤੁਹਾਡੇ ਯਾਸਰ ਨਾਲ ਗੱਲ ਹੀ ਕਰਾ ਗੱਲ ਮੇਰੀ ਤੂੰ ਉਹਦੇ ਨਾਲ ਮੈਂ ਪੁੱਛ ਲੈਣੀ ਆ। ਆਹੋ ਤੇ ਤੁਸੀਂ ਉਹਨਾਂ ਬੈਗ ਨਹੀਂ ਨਾ ਲੈ ਕੇ ਜਾਣਾ। ਨੇ ਮੇਰੇ ਕੋ ਨਹੀਂ ਚੁੱਕੀਦਾ ਮੈਂ ਆਹੋ ਭਾਈ ਨਾ ਗਲਾਸ ਆ ਆਹੋ ਮੇਰੇ ਕੋ ਨਹੀਂ, ਤੂੰ ਰਹਿਣ ਦੇ ਮੈਨੂੰ ਜਿਹੜੀ ਤੂੰ ਡੰਗ ਦੀ ਰੋਟੀ ਖਵਾਣੀ ਹੈ ਨਾ ਖਵਾਈ। ਆਹੋ ਇਹ ਗੱਲ ਠੀਕ ਹੈ। ਆਹ ਰੁਸਾਂ ਦੀ ਮੈਂ ਜੇ ਉਹਨੇ ਮੇਰੇ ਨਾਲ ਪੰਗਾ ਪਾਇਆ ਤਾਂ ਐਸਾ ਪਾ ਮੈਂ ਵੀ ਲੈ, ਮੈਂ ਵੀ ਵਿਸ਼ਕਾਰ ਹੀ ਬਹਿ ਰਹਿਣਾ ਬਸ ਠੀਕ ਆ। ਦਿਓ ਨਹੀਂ ਨਾਲ ਕੋਈ ਖਤਾਈ। ਲਓ ਜੀ ਅੱਜ ਚੀਮਾ ਤੁਹਾਨੂੰ ਦੱਸੇਗਾ ਕਿ ਪੀਜ਼ਾ ਘਰ ਦਾ ਕਿਵੇਂ ਬਣਾਉਣਾ ਹੈ। ਸੋਹਣਾ ਜਿਹਾ ਸਪਾਈਸੀ ਜਿਹਾ ਜੂਸੀ ਜਿਹਾ ਮਜ਼ੇਦਾਰ ਜਿਹਾ। ਫਟਾਫਟ ਨੇੜੇ ਆ ਜਾਓ ਮੇਰੀਆਂ ਭੈਣਾਂ ਜਿਹੜੀਆਂ ਸਪੈਸ਼ਲੀ ਘਰ ਬੱਚਿਆਂ ਵਾਸਤੇ। ਪਤਾ ਰੋਜ਼ ਦਿਹਾੜੀ ਪੀਜ਼ਾ ਬਾਹਰੋਂ ਮੰਗਾਉਣਾ ਵੀ ਸੌਖਾ ਕੰਮ ਨਹੀਂ ਨਾ ਹੁੰਦਾ, ਨਾ ਉਹ ਫਾਇਦੇਮੰਦ ਹੁੰਦਾ ਬੱਚਿਆਂ ਵਾਸਤੇ। ਹਫਤੇ 'ਚ ਅਸੀਂ ਇੱਕ ਵਾਰੀ ਜੁੰਮੇ ਵਾਲੇ ਦਿਨ ਜਨਾਬੇ ਵਾਲੀ ਅਸੀਂ ਘਰ 'ਚ ਪੀਜ਼ਾ ਬਣਾਉਣਾ ਹੁੰਦਾ ਹੈ ਔਰ ਅਸੀਂ ਆਪੇ ਘਰ ਬਣਾਉਣਾ, ਅਸੀਂ ਬਾਹਰੋਂ ਆਰਡਰ ਨਹੀਂ ਕਰਦੇ। ਇਹਦੇ ਵਾਸਤੇ ਆਟਾ ਜਨਾਬ ਹਲਕਾ ਜਿਹਾ ਜਿਹੜਾ ਉਹਦੇ ਵਿੱਚ ਥੋੜਾ ਜਿਹਾ ਲਾ ਕੇ ਉਹਦੇ ਵਿੱਚ ਆਂਡਾ ਸ਼ਾਂਡਾ ਲਾ ਕੇ ਨਾ ਥੋੜਾ ਜਿਹਾ ਆਟੇ ਵਾਸਤੇ ਉਹ ਬਿਹਤਰੀਨ ਨਰਮ ਹੋ ਜਾਂਦਾ, ਉਹ ਤਾਂ ਤੁਹਾਨੂੰ ਪਤਾ ਹੀ ਹੈ। ਨਾਲ ਜਨਾਬ ਅਸੀਂ ਸਪੈਸ਼ਲ ਪੀਜ਼ਾ ਸੌਸ ਲਾਈ ਬਿਹਤਰੀਨ ਥੱਲੇ। ਨਾਲ ਚਿਕਨ ਨੂੰ ਥੋੜਾ ਜਿਹਾ ਗ੍ਰਿਲ ਕਰਕੇ ਨਾਲ ਜਿਹੜੀ ਇਹ ਨਾ ਸ਼ਿਮਲਾ ਮਿਰਚ ਦੇ ਸੰਦਾਟ ਚ ਪਾ ਕੇ ਇਹਨੂੰ ਆਰਗੈਨਿਕ ਜਿਹਾ ਪੀਜ਼ਾ ਅਸੀਂ ਬਣਾ ਕੇ ਅਸੀਂ ਵਿੱਚ ਰੱਖ ਦੇਣਾ ਹੈ। ਜਦੋਂ ਬਿਲਕੁਲ ਨੇੜੇ ਲੱਗਣਾ ਹੈ ਅਸੀਂ ਇਹਦੇ ਵਿੱਚ ਕੁਝ ਹੋਰ ਇਨਗਰੀਡੀਅੰਟਸ ਨੇ ਜਿਸ ਤਰ੍ਹਾਂ ਚੀਜ਼ ਹੈ ਦਿਸ ਐਂਡ ਦੈਟ, ਉਹ ਅਸੀਂ ਦੁਬਾਰਾ ਜਿਹੜੀਆਂ ਨੇ ਨਾ ਉਹਦੇ ਉੱਤੇ ਐਂਡ ਦੇ ਉੱਤੇ ਟੌਪਿੰਗ ਕਰਾਂਗੇ। ਬਾਕੀ ਦਾ ਤੇ ਕੰਮ ਜਿਹੜਾ ਨਾ ਨੇੜੇ ਲੱਗ ਗਿਆ ਤੇ ਆ ਥੋੜੀਆਂ ਜਿਹੀਆਂ ਨਾ ਸ਼ਿਮਲਾ ਮਿਰਚਾਂ ਬੱਚੇ ਜਿਹੜੇ ਨਾ ਉਹ ਝਿਜਕਝਾਉਂਦੇ ਨੇ ਕਿ ਬਾਬਾ हमने ਸ਼ਿਮਲਾ ਮਿਰਚਾਂ ਵਿੱਚੋਂ ਕੱਢ ਸਾਈਡ ਤੇ ਕਰੀ ਜਾਂਦੇ ਨੇ। ਉਹਨਾਂ ਵਾਸਤੇ ਬੈਸਟ ਸੋਲੂਸ਼ਨ ਇਹ ਵੇ ਕਿ ਤੁਸੀਂ ਸ਼ਿਮਲਾ ਮਿਰਚ ਥੋੜੀ ਜਿਹੀ ਜਿਹੜੀ ਹੈ ਨਾ ਜਦੋਂ ਚਿਕਨ ਨੂੰ ਕਰਦੇ ਹੁੰਦੇ ਨਾ ਥੋੜਾ ਜਿਹਾ ਤੜਕਾ ਲਾ ਰਹੇ ਹੁੰਦੇ ਉਹਦੇ ਨਾਲ ਉਹਨਾਂ ਨੂੰ ਥੋੜਾ ਜਿਹਾ ਦੜਕਾ ਲਿਆ ਕੇ ਤੁਹਾਡਾ ਭਰਾ ਜਨਾਬੇ ਨਹੀਂ ਤੁਹਾਨੂੰ ਸਾਰੀਆਂ ਜਾਚਾਂ ਦੱਸੇਗਾ, ਟੈਨਸ਼ਨ ਨਹੀਂ ਲੈਣੀ।
ਅੱਲਾ ਕੀਤਾ ਤੇ ਸਾਡਾ ਪੀਜ਼ਾ ਜਨਾਬੇ ਲਈ ਆਲਮੋਸਟ ਡਨ ਹੈ। ਠੀਕ ਹੈ ਜੀ। ਜਿਹੜੀ ਉੱਤੇ ਥੋੜੀ ਥੋੜੀ ਤੁਹਾਨੂੰ ਨਜ਼ਰ ਆ ਰਹੀ ਹੈ ਨਾ ਵਾਈਟ ਜੀ, ਇਹ ਪਲੋਨੀ ਜੀ ਇੱਥੋਂ ਦਾ ਨਾ, ਇੱਥੇ ਲੱਭ ਜਾਂਦੀ ਈਜ਼ੀਲੀ। ਇਹ ਜ਼ਰਾ ਬੱਚੇ ਖੁਸ਼ ਹੋ ਕੇ ਖਾਂਦੇ ਨੇ। ਇਸ ਤੋਂ ਜ਼ਰਾ ਉੱਤੇ ਛੜਕਾ ਛੜਕੂ ਲਈਏ ਤੇ ਇਹ ਜਨਾਬੇ ਵਾਲੀ ਅਸੀਂ ਹੁਣ ਇਹਨੂੰ ਰੱਖਣਾ ਗਿਆ ਹੁਣ ਵਿੱਚ ਵਿਦਨ ਹੋਰ ਅਨਦਰ 5 ਮਿੰਟਸ 3 ਮਿੰਟਸ ਮੈਕਸਿਮਮ। ਹੁਣ ਅਸੀਂ ਸਿਰਫ ਜਿਹੜਾ ਉੱਤੋਂ ਥੱਲੇ ਵਾਲਾ ਸੇਕ ਹੈ ਨਾ ਉਹ ਔਨ ਕੀਤਾ ਗ੍ਰਿਲਸ ਵਾਲਾ। ਦੈਟਸ ਇਟ। ਵਿਦਨ 3 ਮਿੰਟਸ ਪੀਜ਼ਾ ਵਿਲ ਬੀ ਡਨ। ਆਲ ਸ਼ੋ ਯੂ ਜਸਟ ਨਾਓ। ਹੁਣ ਤੁਹਾਨੂੰ ਤਿਆਰ ਕਰੇ ਹੋਇਆ ਪੀਜ਼ਾ ਵਿਖਾਣੇ ਆ ਬਸ। ਲੈ ਜਨਾਬੇ ਵਾਲੀ ਫਾਈਨਲ ਲੁੱਕ ਆ ਗਈ ਹੈ ਜ਼ਬਰਦਸਤ। ਇਹ ਲੋ ਅਸੀਂ ਬਹੁਤ ਜ਼ਿਆਦਾ ਚੀਜ਼ਾਂ ਉੱਤੇ ਨਹੀਂ ਪਾਈਆਂ, ਹਰ ਚੀਜ਼ ਨਾਰਮਲ ਜੀ ਰੈਂਡਮ ਜੀ ਕਰਕੇ ਰੱਖੀਏ। ਇਹਨੂੰ ਅਸੀਂ ਸੋਹਣਾ ਜਨਾਬੇ ਵਾਲੀ ਆਪਣੇ ਇਸ ਕਟਰ ਦੇ ਨਾਲ ਬਿਹਤਰੀਨ ਵਿੱਚ ਸਲਾਈਸ ਕਰ ਲਾਂਗੇ। ਇਹ ਜੀ ਜਨਾਬੇ ਵਾਲੀ ਚੈੱਕ ਕਰੋ, ਸਾਨੂੰ ਕਟਰ ਗਿਆ ਲੱਭ, ਇੱਕ ਗਵਾਚਾ ਸੀ ਬਾਬਾ ਤੇ ਆਹ ਥੱਲਿਓਂ ਵੀ ਬਿਲਕੁਲ ਕ੍ਰਿਸਪੀ ਹੋ ਗਿਆ। ਬੱਚੇ ਸਾਰੇ ਗਏ ਨੇ ਮਸਜਿਦ ਵਿੱਚ ਪੜ੍ਹਨ ਤੇ ਜਨਾਬ ਮੇਰੇ ਖਿਆਲ ਨਾਲ ਮੈਂ ਫੜਿਆ ਗਲਤ ਤੇ ਸ਼ਾਇਦ ਨਹੀਂ ਐ ਜੀ ਬੱਚੇ ਆਉਂਦੇ ਕਾਂ ਅਸਾਂ ਹਰ ਸ਼ਾ ਰੈਡੀ ਕਰ ਲਈ। ਆਉਂਦੇ ਨੇ ਤੇ ਉਹਨਾਂ ਨੂੰ ਪੀਜ਼ਾ ਖਵਾਉਂਦੇ ਆ। ਉਹਨਾਂ ਨੇ ਚਿਰ ਕਰੋ ਮੇਰਾ ਪੁੱਤਰ ਯਾਸ਼ੀ ਕਰੋ। ਅੱਲਾ ਖੈਰ ਕਰੇ। ਲਓ ਜੀ ਪੀਜ਼ਾ ਡਨ ਹੋ ਗਿਆ। ਇੰਸ਼ਾਅੱਲਾ। ਵਾਹ ਜੀ ਵਾਹ। ਗੁੱਡ ਮਾਰਨਿੰਗ, ਅਸਲਾਮ ਵਾਲੇਕੁਮ ਜਨਾਬ। ਤੁਹਾਨੂੰ ਹੈਜ਼ੀ ਵਿਊ ਦੀਆਂ ਠੰਡੀਆਂ ਹਵਾਵਾਂ ਤੋਂ ਖੁਸ਼ਮਦੀਦ ਆਨੇ ਆ। ਅੱਜ ਤੇ ਧੁੱਪ ਸਿਖਾਉਂਦੀ ਹੈ ਬਈ, ਯਕੀਨ ਕਰੋ ਕਿ मौसम अच्छा ही है नहीं। मौसम बहुत अच्छा है जी। आज मौसम बहुत जल्दी आती है। तो सर्दी आती है तो तू सुबह ये क्यों पहनी है? तू को दूजी पा तो आपको तो हमने लूट लिया था क्यों? टॉयज लेके। ਓਏ ਹੋਏ ਕੱਲ ਦੇ ਵਲੌਗ ਵਿੱਚ ਜਨਾਬੇ ਵਾਲੀ ਅਸੀਂ ਇਹਨਾਂ ਨੂੰ ਬਾਲਾਂ ਨੂੰ ਖੜਿਆ ਸੀ ਨਾਲ ਸਪੀਡ। ਮੈਂ ਕੁਝ ਸਟਾਕ ਵਗੈਰਾ ਲੈਣਾ ਸੀ ਤੇ ਇਹਨਾਂ ਨੂੰ ਮੈਂ ਕਿਹਾ ਚਲੋ ਆ ਜਾਓ ਤੁਸੀਂ ਵੀ ਨਾਲ। ਇਹਨਾਂ ਨੂੰ ਮੈਂ ਜਾਣਦਿਆਂ ਨਾ ਇਹਨਾਂ ਨੇ ਆਖਿਆ ਜੀ ਹਮਨੇ ਟੋਇਜ਼ ਲੈਣੇ ਆ ਤੇ ਇਹਨਾਂ ਦੀ ਅੰਮਾ ਨੇ ਆਖਿਆ ਕਿ ਮੈਂ ਕੋਈ ਬਰਤਨ ਸ਼ਰਤਨ ਲੈਣੇ ਨੇ। ਮੈਂ ਠੀਕ ਹੈ। ਮੈਂ ਜਨਾਬ ਉਹ ਜਿਹੜਾ ਜਿਹਦਾ ਹੋਲਸੇਲਰ ਹੈ ਨਾ ਸਾਡਾ ਚੈਨੀ ਯਾਰ ਸਾਡਾ, ਉੱਥੇ ਲੈ ਗਿਆ ਜਨਾਬ। ਉੱਥੇ ਮੈਂ ਇਹਨਾਂ ਨੂੰ ਆਖਿਆ ਲੈ ਲਓ ਜਿਹੜੀ ਸ਼ੈ ਲੈਣੀ। ਮੈਨੂੰ ਪਤਾ ਸੀ ਇੱਥੇ ਕੁਝ ਵੀ ਲੱਭਣਾ ਹੈ ਉਹ ਹੋਲਸੇਲ ਦੇ ਉੱਤੇ ਪ੍ਰਾਈਸ ਲੱਭਣੀ ਹੈ। ਉਹ ਜਨਾਬ ਤੁਸੀਂ ਵੇਖਿਆ ਜੀ, ਚੈੱਕ ਕਰਿਆ ਜੀ, ਇਹਨਾਂ ਨੇ ਆਪਣੇ ਵੱਲੋਂ ਬੜੇ ਟੋਇਜ਼ ਲਏ ਨੇ। ਬੜਾ ਉਹਨੇ ਭਾਂਡੇ ਲਏ ਨੇ। ਇਹ ਟੋਟਲ 600 ਬਣਿਆ। ਤੇ ਹੋਲਸੇਲ ਦਾ ਤੇ ਇਹ ਫਾਇਦਾ ਹੁੰਦਾ ਕਿ ਹੋਲਸੇਲ ਦੀ ਜਿਹੜੀ ਪ੍ਰਾਈਸ ਹੈ ਨਾ, ਜਿਹੜੀ ਆਮ ਸ਼ਾਮਾਂ ਦੇ ਦੁਕਾਨਾਂ ਤੋਂ ਜਾ ਕੇ 25-30 ਰੁਪਏ ਦੀ ਫੋਰ ਐਗਜ਼ਾਮਪਲ ਇੱਕ ਪਲੇਟ ਲੱਭਦੀ, ਉਹ ਤੋਂ 5 ਰੁਪਏ ਦੀ ਲੱਭ ਜਾਂਦੀ। ਇਹਨੂੰ ਅਸੀਂ ਪਤਾ ਨਹੀਂ ਆਪਣੇ ਦੌਰ ਦੇ ਵਿੱਚ ਤੇ ਇਹਨੂੰ ਗੂੰ ਤਰੀਕੀ ਜੀ ਆਂਦੇ ਹੁੰਦੇ ਸਾਂ। ਹੁਣ ਦਾ ਨਹੀਂ ਪਤਾ ਤੁਸੀਂ ਕੀ ਆਂਦੇ ਇਹਨੂੰ। ਹੁਣ ਪੁਰਾਣਿਆਂ ਦੌਰਾਂ ਦੇ ਵਿੱਚ ਇਸ ਤਰ੍ਹਾਂ ਹੋਈਦਾ ਸੀ, ਜਿਵੇਂ ਪਹਿਲਾਂ ਜਦੋਂ ਅਸੀਂ ਨਿੱਕੇ ਹੁੰਦੇ ਸਾਂ ਤੇ ਕੋਈ ਪਿੰਡ ਦੇ ਵਿੱਚ ਕੋਈ ਮਾਈ ਇਸ ਤਰ੍ਹਾਂ ਦੀ ਹੁੰਦੀ ਸੀ ਜਾਂ ਕੋਈ ਬਾਬੇ ਹੋਰੀ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਦੇ ਕੋਲ ਲੈ ਕੇ ਜਾਈਦਾ ਸੀ। ਉਹ ਮੁਲਦੇ ਸਨ, ਦਮਸ਼ਮ ਕਰਦੇ ਸਨ, ਨਾਲੇ ਸੋਹਣਾ ਨਾ ਅੱਛੇ ਤਰੀਕੇ ਦੇ ਨਾਲ। ਉਹ ਜਾਂ ਜ਼ਿਆਦਾਤਰ ਬੱਚੇ ਐ ਸਨ, ਗੂੰ ਤਰੀਕੀ ਤੂੰ ਮੰਗੀ ਤੇ ਮੈਂ ਦਿੱਤੀ, ਕਿਸੇ ਹੋਰ ਦੇ ਨੂੰ ਚਲੋ ਜੀ ਹੁਣ ਅੱਜ ਤੋਂ ਬਾਅਦ ਤੈਨੂੰ ਵੇ ਮੇਰੀ ਜਾਨ ਛੁੱਟ ਗਈ। ਉਹ ਇਸ ਤਰ੍ਹਾਂ ਦਾ ਵੀ ਕੋਈ ਕਨਸੈਪਟ ਹੁੰਦਾ ਸੀ। ਉਹ ਜਨਾਬੇ ਵਾਲੀ ਕਿਸੇ ਕੋ ਮਲਾਈ ਦਾ ਹੀ ਤਾਂ ਕੰਮ ਠੀਕ ਹੋ ਜਾਂਦਾ ਸੀ। ਪਤਾ ਨਹੀਂ ਵੱਲਾ ਆਲਮ ਠੀਕ ਹੁੰਦਾ ਸੀ ਜਾਂ ਕੀ ਹੁੰਦਾ ਸੀ, ਲੇਕਿਨ ਉਦੋਂ ਇਸ ਤਰ੍ਹਾਂ ਦਾ ਇੱਕ ਮਤਲਬ ਪਰਸੈਪਸ਼ਨ ਬਣਿਆ ਸੀ। ਹੁਣ ਡਾਕਟਰ ਸਰਫਰਾਜ਼ ਸਾਹਿਬ ਨੇ, ਉਹਨਾਂ ਨੂੰ ਮੈਂ ਫੋਨ ਕੀਤਾ। ਇਹ ਲਓ ਜੀ ਉਹ ਵੀ ਲੈ ਕੇ ਆ ਗਿਆ। ਸਰਫਰਾਜ਼ ਸਾਹਿਬ ਨੂੰ ਕਾਲ ਕੀਤੀ। ਮੈਂ ਕਿਹਾ ਡਾਕਟਰ ਸਾਹਿਬ ਕਿ ਇਹ ਨਾ ਮਾਮਲਾ ਹੈ ਕਿ ਮਲਕਾ ਦੇ ਦੇਣਾ ਇੱਥੇ ਦਾਣਾ ਨਿਕਲਿਆ। ਉਹਨਾਂ ਨੇ ਆਖਿਆ ਮੈਨੂੰ ਨਾ ਫੋਟੋ ਕਲੋਜ਼ ਕਰਕੇ ਸੈਂਡ ਕਰੋ। ਮੈਂ ਸੈਂਡ ਕੀਤੀ। ਉਹਨਾਂ ਨੇ ਮੈਨੂੰ ਨਾ ਕੁਛ ਐਂਟੀਬਾਇਓਟਿਕ ਐਗਮੈਂਟਨ ਸਿਰਪ ਦੇ ਕੇ ਘੱਲੇ ਨੇ ਕਿ ਭਾਈ ਕੋਈ ਬੱਚਾ ਬਿਮਾਰ ਹੋ ਜਾਵੇ ਤੇ ਉਦੋਂ ਇਹ ਯੂਜ਼ ਕਰਨਾ। ਫਿਰ ਬਰੂਫਿਨ ਦੇ ਸਿਰਪ ਦਿੱਤੇ ਨੇ। ਹਾਲਾਂਕਿ ਮੈਂ ਬਰੂਫਿਨ ਤੋਂ ਬੜਾ ਡਰਨਾ ਵਾਂ, ਲੇਕਿਨ ਉਹਨਾਂ ਨੇ ਆਖਿਆ ਕਿ ਜਦੋਂ ਮੈਂ ਤੁਹਾਨੂੰ ਆਖਣਾ ਉਦੋਂ ਹੀ ਦੇਣਾ। ਤੇ ਉਸ ਤੋਂ ਬਾਅਦ ਪੈਨਸਲਿਨ ਦਾ ਜਿਹੜਾ ਉਹਨਾਂ ਫਾਰਮੂਲਾ ਅਸੀਂ ਆਪਣੇ ਘਰ ਬਿਲਕੁਲ ਨਹੀਂ ਰੱਖਿਆ ਹੈ, ਕਿਉਂਕਿ ਉਹਦੇ ਨਾਲ ਅਰਹਮ ਨੂੰ ਅਲਰਜੀ ਇਸ ਤੋਂ। ਤੇ ਉਹ ਜਨਾਬ ਸਿਰਫ ਉਹਨਾਂ ਨੇ ਆਖਿਆ ਤੇ ਤ੍ਰੈਟਨ ਦੇਣੀ ਹੈ 5 ਦਿਨ ਨਾ। ਉਹ ਮੈਂ ਅੱਲਾ ਦੇ ਫਜ਼ਲ ਦੇ ਨਾਲ 3 ਹੀ ਦਿੱਤੀ ਹੈ ਟੋਟਲ ਉਹ ਐਂਟੀਬਾਇਓਟਿਕ ਐਗਮੈਂਟਨ ਦੇ। ਤੇ ਅੱਲਾ ਦਾ ਸ਼ੁਕਰ ਹੈ ਬਿਲਕੁਲ ਤਕਰੀਬਨ ਠੀਕ ਹੋ ਗਈ। ਇੱਧਰ ਦਿਖਾਓ ਹਾਂ ਇਹ ਦੇਖੋ ਹੁਣ ਬਿਲਕੁਲ ख़त्म ਹੋ ਗਈ ਹੈ, ਤਕਰੀਬਨ ਨੇੜੇ ਲੱਗ ਗਈ। ਅੱਲਾ ਦਾ ਸ਼ੁਕਰ ਹੈ। ਫਿਰ ਦੂਸਰਾ ਅਰਹਮ ਦਾ ਜਿਹੜਾ ਸੀ ਨਾ ਮਾਮਲਾ, ਉਹ ਜਿੱਥੋਂ ਪਤਾ ਆਪਰੇਟ ਹੋਇਆ ਸਟਮਕ ਦੇ ਵਿੱਚ ਉਹਦੇ ਪੈਚ ਲੱਗੇ ਨੇ ਔਰ ਸਟਿਚਸ ਲੱਗੇ ਨੇ।
ਇੱਕ ਮਸਲਾ ਹੋਰ ਵੀ ਹੈ, ਇਹਦੇ ਨਾਲ ਮੂੰਹ ਦੇ ਵਿੱਚੋਂ ਸਮੈਲ ਜੀ ਆਉਂਦੀ ਹੈ ਨਾ, ਕਦੀ ਕਦੀ ਜ਼ਿਆਦਾ ਨਹੀਂ ਤੇ ਕਦੀ ਕਦੀ। ਉਹ ਮੈਂ ਡਾਕਟਰ ਸਾਹਿਬ ਨੂੰ ਮਸ਼ਵਰਾ ਕੀਤਾ ਕਿ ਡਾਕਟਰ ਸਾਹਿਬ ਇਹ ਕਿਸ ਤਰ੍ਹਾਂ ਕਿਉਂ ਹੋ ਸਕਦਾ ਹੈ, ਤੇ ਉਹਨਾਂ ਨੇ ਆਖਿਆ ਮੈਂ ਤੁਹਾਨੂੰ ਫਿਰ ਕਾਲ ਬੈਕ ਕਰਾਂਗਾ ਤੇ ਤੁਹਾਨੂੰ ਸਾਰੀ ਗੱਲ ਸਮਝਾਵਾਂਗਾ, ਤੇ ਲਿਆਦਾ ਟੈਨਸ਼ਨ ਵਾਲੀ ਗੱਲ ਕੋਈ ਨਹੀਂ। ਮਤਲਬ ਜਦੋਂ ਆਪਰੇਟ ਹੋਇਆ ਸੀ ਨਾ, ਉਦੋਂ ਇਹਦੇ ਸਟਮਕ ਨੂੰ ਜਾ ਕੇ ਉਹਨਾਂ ਨੇ ਨਾ ਲਾਏ ਸਨ ਸਟਿਚਸ ਵਗੈਰਾ ਖੋਲ ਕੇ ਪੇਟ ਨੂੰ ਨਾ, ਤੇ ਡਾਕਟਰ ਸਾਹਿਬ ਨੇ ਉਦੋਂ ਆਖਿਆ ਸੀ ਇਹਨੂੰ ਕਮ ਸੇ ਕਮ 6 ਮਹੀਨੇ ਤੁਸੀਂ ਘਰ ਦਾ ਕੋਈ ਵੀ ਫੂਡ ਜਾਂ ਰੋਟੀ ਜਾਂ ਉਹ ਸਪਾਈਸੀ ਫੂਡ ਨਹੀਂ ਦੇਣਾ, ਔਰ ਇਹ ਸਭ ਨਹੀਂ ਸੀ ਦਿੱਤਾ। ਔਰ ਉਦੋਂ ਤੋਂ ਜਦੋਂ ਦਾ ਛੱਡਿਆ ਨਾ, ਹੁਣ ਇਹਨੂੰ ਸਾਲਨ ਤੇ ਰੋਟੀ ਇਤਨਾ ਪਸੰਦ, ਉਦੋਂ ਅਸੀਂ ਖਾਂਦੇ ਸਾਂ ਰੋਟੀ, ਸਾਡੇ ਲੋਕ ਵੇਖ ਕੇ ਇਹਨੂੰ ਇਤਨਾ ਕੁ ਜੁੰਗ ਚੜਦਾ ਸੀ ਤੇ ਰੋਂਦਾ ਸੀ ਕਿ ਮੈਨੂੰ ਆਪ ਇਤਨੇ ਜ਼ਾਲਮ ਕਿਉਂ ਹੈ, ਮੁਝੇ ਰੋਟੀ ਕਿਉਂ ਨਹੀਂ ਦੇਤੇ, ਆਪ ਖਾਣਾ ਖਾਤੇ। ਅਸੀਂ ਫਿਰ ਇਹਦੇ ਸਾਹਮਣੇ ਬਹਿ ਕੇ ਕਦੀ ਰੋਟੀ ਨਹੀਂ ਸੀ ਖਾਧੀ, ਬਲਕਿ ਘਰ 'ਚ ਪਕਾਈ ਹੀ ਨਹੀਂ ਸੀ। ਅਸੀਂ ਜੋ ਇਹਨੂੰ ਦੇਣਾ ਹੁੰਦਾ ਸੀ ਅਸੀਂ ਉਹੀ ਖਾਂਦੇ ਸਾਂ। ਤੇ ਬੱਚਿਆਂ ਵਾਸਤੇ ਕੁਰਬਾਨੀਆਂ ਸਾਰੀਆਂ ਦੇਣੀਆਂ ਪੈਂਦੀਆਂ। ਜੀ ਮੇਰੀ ਜਾਨ। वालेकुम सलाम साहब की हाल है ਕੀ ਹੋਇਆ? मैं माजरत साहब ने मिलना बाद जिम्मेदार